ਤੇ ਸਾਡਾ ਬਜਟ ਆ ਰਿਹਾ ਜੀ, ਉਹਦੀਆਂ ਸਿਫਾਰਸ਼ਾਂ ਸਬ ਕਮੇਟੀ ਵੱਲੋਂ ਜਿਸ ਤਰ੍ਹਾਂ ਸਬ ਕਮੇਟੀ ਦੀ ਆਈ ਹੈ ਕਿ ਉਹ ਸਿਫਾਰਸ਼ਾਂ ਤਿਆਰ ਨੇ ਤੇ ਉਹਦੀ ਤਰੀਕ ਮਿੱਥੀ ਜਾਵੇ। ਉਹਦੀ ਤਰੀਕ ਮਿੱਥੀ ਹੈ 30 ਮਾਰਚ। 30 ਮਾਰਚ ਨੂੰ ਬਜਟ ਦਾ ਇਜਲਾਸ ਹੋਏਗਾ। ਉਸ ਤੋਂ ਪਹਿਲਾਂ ਬਜਟ ਦੀ ਕਾਪੀ ਜਿਹੜੀ ਹੈ ਸਾਰੇ ਮੈਂਬਰਾਂ ਨੂੰ ਭੇਜ ਦਿੱਤੀ ਜਾਏਗੀ ਔਰ ਸਾਰੇ ਬਜਟ ਦੇ ਇਜਲਾਸ ਦੇ ਜਿਹੜੀ ਬਜਟ ਕਾਪੀ ਜਾਵੇ ਸਾਰੇ ਮੈਂਬਰਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਉਹ ਬਜਟ ਤੋਂ ਇੱਕ ਦਿਨ ਪਹਿਲਾਂ ਆਪਣੀਆਂ ਲਿਖਤੀ ਜਿਹੜੀਆਂ ਸਿਫਾਰਸ਼ਾਂ ਹੋਣ, ਕੋਈ ਸੋਧ ਕਰਨ ਵਾਲੀ ਹੋਵੇ, ਉਹ ਉੱਥੇ ਭੇਜਣ ਤਾਂ ਜੋ ਉਹਨਾਂ ਦੇ ਉੱਤੇ ਗੌਰ ਕੀਤੀ ਜਾ ਸਕੇ। ਘੱਟ ਤੋਂ ਘੱਟ ਇੱਕ ਦਿਨ ਪਹਿਲਾਂ, 1 ਜਾਂ 2 ਦਿਨ ਮਤਲਬ ਪਹਿਲਾਂ ਸਾਨੂੰ ਸਿਫਾਰਸ਼ਾਂ ਕਰਕੇ ਵੀ ਜੇ ਕਿਤੇ ਕੋਈ ਕਮੀ ਹੈ, ਕਿਤੇ ਕੋਈ ਸੋਧ ਕਰਨੀ ਪੈ ਜੇ ਤਾਂ ਉਹ ਬਜਟ ਦੀ ਕਾਪੀ ਨੂੰ ਪੜ੍ਹ ਕੇ ਤੇ ਉਹਦੇ ਵਿੱਚ ਸਾਡੀ ਸਿਫਾਰਸ਼ ਸਾਨੂੰ ਜ਼ਰੂਰ ਕਰਨ ਤਾਂ ਜੋ ਅਸੀਂ ਉਹਦੇ ਉੱਤੇ ਗੌਰ ਕਰ ਸਕੀਏ। ਸੈਕੰਡਲੀ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਉਹਦੇ 'ਚ ਪਾਸ ਕੀਤਾ ਕਿ ਸਾਡੇ ਬੜੇ ਲੰਬੇ ਸਮੇਂ ਤੋਂ ਉੱਥੇ ਟੈਂਟ ਲੱਗੇ ਹੋਏ ਹੈ। ਉਹ ਟੈਂਟਾਂ ਦਾ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਉਹ ਗਰਮੀ ਦਾ ਵੀ ਆ ਗਿਆ, ਉੱਥੇ ਪੱਖੇ ਵੀ ਲਾਉਣੇ ਪੈਣੇ ਆ, ਪਤਾ ਨਹੀਂ ਕਿੰਨਾ ਲੰਬਾ ਇਹ ਸੰਘਰਸ਼ ਚੱਲਣਾ। ਉਹਦੇ ਕਰਕੇ ਟੀਨਾਂ ਦੇ ਜਿਹੜੇ ਹੈ ਉਹ ਟੈਂਟ ਪਾ ਦਿੱਤੇ ਜਾਣ, ਉਹ ਵੀ ਸ਼ੈੱਡ ਜਿਹੜੇ ਹੈ ਉਹ ਟੀਨ ਦੇ ਪਾ ਦਿੱਤੇ ਜਾਣ ਤਾਂ ਜੋ ਇਹ ਸਹੂਲਤ ਜਿਹੜੀ ਹੈ ਸਾਰਿਆਂ ਵਾਸਤੇ ਸੌਖੀ ਹੋ ਸਕੇ। ਤੀਸਰਾ, ਹਰਿਆਵਲ ਨੂੰ ਵੇਖਦਿਆਂ ਵਾਤਾਵਰਨ ਨੂੰ ਹਰਿਆਵਲ ਕੀਤੀ ਜਾਵੇ, ਉਹਦੇ ਵਾਸਤੇ ਵੱਖ-ਵੱਖ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਜਿਹੜੇ ਕਿਉਂਕਿ ਬਸੰਤ ਦੀ ਬਹਾਰ ਜਿਹਦਾ ਚੱਲ ਪਈ ਹੈ ਤੇ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਪੌਦੇ ਭਾਵੇਂ ਉਹ ਲੱਖਾਂ ਦੀ ਗਿਣਤੀ 'ਚ ਹੋਣ ਭਾਵੇਂ ਉਹ ਕਿੰਨੀ ਗਿਣਤੀ 'ਚ ਆ ਜਾਏ ਤੇ ਉਹਦੇ ਵੱਧ ਤੋਂ ਵੱਧ ਆਪਣੀਆਂ ਜ਼ਮੀਨਾਂ ਵਿੱਚ ਵੀ ਤੇ ਜਿੱਥੇ ਵੀ ਕਿਤੇ ਲੋੜ ਮਹਿਸੂਸ ਹੁੰਦੀ ਹੋਵੇ ਉਹ ਲਾਏ ਜਾਣ। ਚੌਥੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਦਾ ਪਹਿਲਾਂ ਐਲਾਨ ਕਰ ਚੁੱਕੇ ਹਾਂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਉਹਨੂੰ ਚੜ੍ਹਦੀ ਕਲਾ ਨਾਲ ਬਣਾਉਣ ਵਾਸਤੇ ਜਿੱਥੇ ਪਹਿਲਾਂ 2 ਮੀਟਿੰਗਾਂ ਮੈਂ ਮੈਂਬਰਸ ਦੀਆਂ ਰੱਖੀਆਂ ਨੇ, ਇੱਕ 11 ਤਰੀਕ ਨੂੰ, ਇੱਕ 13 ਤਰੀਕ ਨੂੰ। 11 ਤਰੀਕ ਨੂੰ ਸਾਰਾ ਜਿਹੜਾ ਜ਼ਿਲ੍ਹੇ ਪੈਂਦੇ ਹੈ ਮਾਝਾ ਜ਼ੋਨ ਦੇ, ਦੁਆਬਾ ਜ਼ੋਨ ਦੇ, ਇਹ ਸਾਰੇ ਮੈਂਬਰ ਸਾਹਿਬਾਨ। 13 ਤਰੀਕ ਨੂੰ ਜਿੰਨਾ ਵੀ ਉਹ ਮਾਲਵੇ ਦੇ ਮੈਂਬਰ ਪੈਂਦੇ ਆ ਉਸ ਸਾਈਡ ਦੇ ਉੱਤੇ ਉਹ ਸਾਰਿਆਂ ਨੂੰ ਪਟਿਆਲਾ ਵਿੱਚ ਕੀਤੀ ਜਾਊ। ਇੱਕ ਹੈਗਾ ਕਿ ਅੱਜ ਸਾਡੇ ਕੋਲ ਹਰਿਆਣੇ ਦੇ ਮੈਂਬਰ ਪਹੁੰਚ ਚੁੱਕੇ ਆ, ਉਹਨਾਂ ਦੀ ਮੀਟਿੰਗ ਅੱਜ ਹੋਏਗੀ। ਇਹਦੇ ਵਿੱਚ ਸਾਡੀ ਵਿੱਤੀ ਪੋਜੀਸ਼ਨ ਕੀ ਹੈ ਉਹ ਵੀ ਡਿਸਕਸ ਕੀਤੀ ਜਾਊਗੀ, ਸਾਡੀਆਂ ਦਰਪੇਸ਼ ਮੁਸ਼ਕਲਾਂ ਕੀ ਹੈ ਉਹ ਵੀ ਮੈਂਬਰਾਂ ਨਾਲ ਡਿਸਕਸ ਕੀਤੀਆਂ ਜਾਣਗੀਆਂ। ਆਉਣ ਵਾਲੇ ਬਜਟ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕੀ ਹੋ ਸਕਦਾ ਹੈ ਉਹ ਵੀ ਕੀਤਾ ਜਾਏਗਾ। ਪਿਛਲੇ ਸਮੇਂ 'ਚ ਅਸੀਂ ਸਾਲ ਪੂਰਾ ਕਿਹੜੀਆਂ ਚੁਣੌਤੀਆਂ 'ਚ ਨਿਕਲੇ ਹੈ, ਕਿਹੜੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਕੀ ਹੱਲ ਕਰਨੇ ਹੈ ਉਹ ਵੀ ਅਸੀਂ ਮੈਂਬਰਾਂ ਦੇ ਨਾਲ ਸਾਰਾ ਡਿਸਕਸ ਕਰਾਂਗੇ ਕਿਉਂਕਿ ਮੈਂਬਰਸ ਸਾਡੀ ਰੀੜ੍ਹ ਦੀ ਹੱਡੀ ਹੈ। ਮੈਂਬਰਸ ਨੇ ਲੋਕਾਂ ਦੇ ਵਿੱਚੋਂ ਫੀਡਬੈਕ ਲੈਣੀ ਹੁੰਦੀ ਹੈ ਕਿ ਕਿਹੜੀ ਗੱਲ ਸਾਨੂੰ ਆਉਣ ਵਾਲੇ ਸਮੇਂ 'ਚ ਜਿਹੜੀ ਹੈ ਉਹ ਚੰਗੀ ਰਹੇਗੀ ਤਾਂ ਜੋ ਬਜਟ ਦੇ ਸਮੇਂ ਦੇ ਉੱਤੇ ਉਹਨਾਂ ਚੀਜ਼ਾਂ ਨੂੰ ਅਸੀਂ ਇੰਪਲੀਮੈਂਟ ਕਰ ਸਕੀਏ। ਸੋ ਇਸ ਕਰਕੇ ਬਜਟ ਤੋਂ ਪਹਿਲਾਂ ਮੈਂ ਮੈਂਬਰਸ ਦੀ ਵੱਖ-ਵੱਖ ਮੀਟਿੰਗ ਕਰਨੀ ਜਿਹੜੀ ਉਹ ਯੋਗ ਸਮਝੀ ਹੈ ਕਿ ਇੱਕ ਤਾਂ ਇਹਨਾਂ ਦੀਆਂ ਜਿਹੜੀਆਂ ਹੋਣਗੀਆਂ ਵਿਚਾਰਾਂ, ਜਿਹੜੀਆਂ ਸੋਧਾਂ, ਜਿਹੜੇ ਕੋਈ ਸੁਝਾਅ ਤੇ ਜਾਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ, ਕਈ ਵਾਰੀ ਪਤਾ ਨਹੀਂ ਹੁੰਦਾ ਮੈਂਬਰਸ ਨੂੰ ਵੀ ਕਿ ਸਾਡੇ ਕੀ ਸੋਰਸਸ ਨੇ, ਸਾਡੀ ਆਮਦਨ ਕਿਸ ਤਰ੍ਹਾਂ ਚੱਲ ਰਹੀ ਹੈ, ਸਾਡੇ ਗੁਰਦੁਆਰੇ ਇਸ ਵੇਲੇ ਕਿੱਥੇ ਖੜੇ ਹੈ, ਸਾਡੇ ਕਾਲਜਸ, ਸਾਡੇ ਸਕੂਲ ਜਿਹੜੇ ਆ ਉਹ ਕਿੱਥੇ ਖੜੇ ਹੈ। ਅਸੀਂ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਮਤਲਬ ਵਿੱਤੀ ਸੰਕਟ ਵਿੱਚ ਫਸੇ ਜਿਹੜੇ ਹੈ ਉਹ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੇ ਅਸਥਾਨ ਤੋਂ ਹੀ ਪੂਰੇ ਕੀਤੇ ਜਾਂਦੇ ਹੈ। ਸੋ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ ਤੇ ਕਿੱਦਾਂ ਕਰ ਸਕਦੇ ਹਾਂ ਉਹ ਵੀ ਸਾਰੀਆਂ ਡਿਸਕਸ ਕੀਤੀਆਂ ਜਾਣਗੀਆਂ। ਇੱਕ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਐਜੂਕੇਸ਼ਨ ਦਾ ਮਿਆਰ ਜਿਹੜਾ ਉੱਚਾ ਚੁੱਕਿਆ ਜਾਵੇ ਉਹਦੇ ਸੰਬੰਧ ਵਿੱਚ ਵਿਚਾਰਾ ਕਰਾਂਗੇ ਕਿ ਜਿਹੜੇ ਕਾਲਜਾਂ ਦੇ ਵਿੱਚ ਸਾਡੀ ਕੋਈ ਕਮੀ ਨਜ਼ਰ ਆਉਂਦੀ ਹੈ, ਸਕੂਲਾਂ 'ਚ ਕਮੀ ਆਉਂਦੀ ਹੈ, ਉਹਦੇ ਸੁਧਾਰ ਕਰਨ ਵਾਸਤੇ ਕੋਈ ਸਬ ਕਮੇਟੀ ਅਰਥ ਸ਼ਾਸਤਰੀ ਨਾਲ ਲੈ ਕੇ ਕਿ ਸਾਡਾ ਵਿੱਤੀ ਜਿਹੜਾ ਸੰਕਟ ਹੈ ਜਾਂ ਦੇਖੋ ਇੱਕ ਗੱਲ ਤੇ ਮੰਨ ਕੇ ਚੱਲਣਾ ਪਏਗਾ ਕਿ ਸਾਰੇ ਦੇਸ਼ ਵਿੱਚ ਹੀ ਸਾਰੇ ਸੰਸਾਰ 'ਚ ਹੀ ਵਿੱਤੀ ਸੰਕਟ ਚੱਲ ਰਿਹਾ ਤੇ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੰਗਤਾਂ ਤੇ ਡਿਪੈਂਡ ਕਰਦੀ ਹੈ। ਸੰਗਤਾਂ ਤੇ ਜੇ ਸੰਗਤ ਖੁਸ਼ਹਾਲ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਗੁਰਦੁਆਰਿਆਂ ਦੇ ਵਿੱਚੋਂ ਖੁਸ਼ਹਾਲੀ ਪ੍ਰਾਪਤ ਕਰ ਲੇਗੀ। ਜੇ ਸੰਗਤ ਹੀ ਵਿੱਤੀ ਸੰਕਟ ਵਿੱਚ ਹੋਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਦਾਰੇ ਆਟੋਮੈਟਿਕਲੀ ਡਿਪੈਂਡ ਕਰਦੇ ਆ ਸੰਗਤਾਂ ਦੇ ਉੱਤੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਨੂੰ ਡਿਸਕਸ ਕੀਤਾ ਜਾਏਗਾ ਤੇ ਇੱਕ ਜਿਹੜਾ ਖਾਲਸਾ ਮਾਰਚ ਕਹਿ ਲਓ, ਨਗਰ ਕੀਰਤਨ ਕਹਿ ਲਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ
ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ 15 ਮਾਰਚ ਨੂੰ ਇੱਥੋਂ ਨਗਰ ਕੀਰਤਨ ਸ਼ੁਰੂ ਕੀਤਾ ਜਾਏਗਾ, ਜਿਹੜਾ ਕਿ ਗੁਰੂ ਕੇ ਮਹਿਲ ਤੋਂ ਫਿਰ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੋੜ ਕੇ ਗੁਰੂ ਕੇ ਮਹਿਲ ਤੋਂ ਸ਼ੁਰੂ ਕਰਕੇ ਪਹੁੰਚੇਗਾ ਦਿੱਲੀ। ਕਿਉਂਕਿ ਇੱਕ ਤੇ ਪਤਾ ਨਹੀਂ ਕਿਹੜੇ ਕੋਵਿਡ ਕਰਕੇ ਕਿਹੜੇ ਆ ਜਾਣੇ, ਸਾਨੂੰ ਹਦਾਇਤਾਂ ਜਿਹੜੀਆਂ ਕਿੱਧਰ ਨੂੰ ਸਮਾਂ ਚੱਲ ਪੈਣਾ, ਉਹ ਸਾਰੇ ਨੂੰ ਮੁੱਖ ਰੱਖ ਕੇ ਅਸੀਂ ਫਿਰ ਇਹ ਮਹਿਸੂਸ ਕੀਤਾ ਕਿ ਕਮ ਸੇ ਕਮ ਇੱਕ ਤੇ ਉਹਨਾਂ ਦੀ ਯਾਤਰਾ ਦੇ ਉੱਤੇ ਅਸੀਂ ਸੰਗਤ ਨੂੰ ਆਵਾਜ਼ ਦੇ ਕੇ ਕਹੀਏ ਕਿ ਆਓ ਸਾਰੇ 1 ਮਈ ਨੂੰ ਇੱਥੇ ਪਹੁੰਚੋ। ਗੁਰੂ ਕੇ ਮਹਿਲ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ, ਸਾਰੇ ਸ੍ਰੀ ਦਰਬਾਰ ਸਾਹਿਬ ਪਹੁੰਚੋ, ਸਾਰੇ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੋ। ਵੱਡੇ ਸਮਾਗਮ ਕੀਤੇ ਜਾਣੇ ਹੈ, ਉਹ ਵੱਡਾ ਸਮਾਗਮ 1 ਮਈ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਜਾਣਾ। ਉਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਰਕਾਬਗੰਜ ਸਾਹਿਬ ਇੱਥੇ ਜਾ ਕੇ, ਕਿਉਂਕਿ ਉੱਥੇ ਸੰਪੂਰਨਤਾ ਕਿੱਥੇ ਕਰਦੇ, ਸਾਰੇ ਕਵਰ ਕਰਾਂਗੇ ਜੀ। 5-6 ਦਿਨ ਦਾ ਉੱਥੇ ਸਮਾਗਮ ਜਿਹੜਾ ਦਿੱਲੀ ਦੇ ਵਿੱਚ ਕਵਰ ਕਰਾਂਗੇ। ਉਹ ਸਾਰਾ ਰੂਟ ਜਿਹੜਾ ਤੈਅ ਕੀਤਾ ਜਾ ਰਿਹਾ। ਜਿਹੜਾ ਇੱਥੇ ਸਮਾਗਮ ਹੈ 1 ਮਈ ਨੂੰ ਹੈ। ਉਸ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਕਰ ਰਹੇ ਹਾਂ 16, 17, 18 ਨੂੰ ਸਭ ਤੋਂ ਪਹਿਲਾ ਸਮਾਗਮ ਜਿਹੜਾ ਉਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ, ਉੱਥੇ ਵੱਡੇ ਪੰਡਾਲ ਲਾ ਕੇ 16, 17, 18 ਮਾਰਚ का अप्रैल मार्च क्योंकि शुरुआत करके बड़े समागम करके ਅਸੀਂ ਇੱਥੇ ਪਹੁੰਚਣਾ। 16, 17, 18 ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਉੱਤੇ ਸਾਡੇ ਪਾਠ ਬੋਧ ਸਮਾਗਮ ਚੱਲ ਰਹੇ ਹੈ ਔਰ 16 ਤਰੀਕ ਨੂੰ ਘੱਟੋ ਘੱਟ 5000 ਸਹਿਜ ਪਾਠ ਜਿਹੜੇ ਹੈ ਚੱਲ ਰਹੇ, ਸੰਗਤਾਂ ਕਰ ਰਹੀਆਂ, ਅਸੀਂ ਡਿਸਟਰੀਬਿਊਟ ਕੀਤੀਆਂ ਹੋਈਆਂ ਸੈਂਚੀਆਂ ਪੋਥੀਆਂ ਸਾਰਾ ਚੱਲ ਰਿਹਾ। ਉਹ 5000 ਦੇ ਕਰੀਬ ਸਹਿਜ ਪਾਠ ਤੇ ਪਾਠ ਬੋਧ ਸਮਾਗਮ ਦੀ ਸਮਾਪਤੀ ਜਿਹੜੀ 16 ਤਰੀਕ ਨੂੰ ਉੱਥੇ ਕੀਤੀ ਜਾਣੀ ਹੈ। 17 ਤਰੀਕ ਨੂੰ ਵੱਡਾ ਸਮਾਗਮ ਮਾਤਾ ਨਾਨਕੀ ਜੀ ਦਾ, ਕਿਉਂਕਿ ਉਹ ਪੇਕਾ ਪਿੰਡ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ 26 ਸਾਲ 9 ਮਹੀਨੇ 13 ਦਿਨ ਆਪਣੀ ਮਾਤਾ ਦੇ ਘਰ ਵਿੱਚ ਆ ਕੇ ਰਹੇ ਪੇਕੇ ਪਿੰਡ ਦੇ ਵਿੱਚ। ਉੱਥੇ ਅਸੀਂ ਵੱਡਾ ਸਮਾਗਮ ਮਾਤਾ ਨਾਨਕੀ ਜੀ ਨੂੰ ਸਮਰਪਿਤ ਕੀਤਾ ਕਿ ਇਹ ਧਰਤੀ ਗੌਰਵ ਸਮਝੇ, ਮਾਣ ਸਮਝੇ ਕਿ ਇਸ ਧਰਤੀ ਵਿੱਚੋਂ ਐਡੀਆਂ ਵੱਡੀਆਂ ਮਾਵਾਂ ਨੇ, ਐਡੀਆਂ ਵੱਡੀਆਂ ਮਹਾਨ ਸ਼ਖਸੀਅਤਾਂ ਨੇ ਇੱਥੋਂ ਪੈਦਾਇਸ਼ ਹੋਈ ਹੈ।